ਖਬਰਾਂ ਟੌਪ ਦੀਆਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਅੱਜ ਅਸੀਂ ਗੱਲਬਾਤ ਕਰਾਂਗੇ ਕਿਸਾਨ ਅੰਦੋਲਨ ਦੇ ਵਿਚਾਲੇ ਖੇਤੀ ਮੰਤਰੀ ਨਰਿੰਦਰ ਤੋਮਰ ਦਾ ਬਿਆਨ ਸਾਹਮਣੇ ਆਇਆ ਕਿ ਸਰਕਾਰ ਗੱਲਬਾਤ ਦੇ ਲਈ ਤਿਆਰ ਹੈ, ਪਰ ਕਿਹੜੇ ਹਾਲਾਤਾਂ ਦੇ ਵਿੱਚ ਉਸ ਉੱਤੇ ਗੱਲਬਾਤ ਹੋਏਗੀ। ਦੂਜੀ ਕਿ ਰਾਕੇਸ਼ ਟਕੈਤ ਦੇ ਭਰਾ ਨਰੇਸ਼ ਟਕੈਤ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ, ਪ੍ਰਧਾਨ ਨੇ, ਉਹਨਾਂ ਦਾ ਇਹ ਬਿਆਨ ਸਾਹਮਣੇ ਆਇਆ ਕਿ ਜੇਕਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਗੱਲਬਾਤ ਦੇ ਲਈ ਵਿੱਚ ਲਿਆਂਦਾ ਜਾਵੇ ਤਾਂ ਮਸਲੇ ਦਾ ਹੱਲ ਹੋ ਸਕਦਾ। ਨਾਲ ਇਹ ਵੀ ਕਹਿ ਰਹੇ ਨੇ ਕਿ ਰਾਜਨਾਥ ਸਿੰਘ ਨੂੰ ਪਿੰਜਰੇ ਦਾ ਤੋਤਾ ਬਣਾ ਕੇ ਰੱਖਿਆ ਹੋਇਆ। ਇਸ ਬਾਰੇ ਅਸੀਂ ਪਹਿਲਾਂ ਵੀ ਕਈ ਵਾਰ ਚਰਚਾ ਕਰ ਚੁੱਕੇ ਹਾਂ ਕਿ ਰਾਜਨਾਥ ਸਿੰਘ ਨੂੰ ਕਿਉਂ ਇਸ ਕਿਸਾਨੀ ਅੰਦੋਲਨ ਦੇ ਵਿਚਾਲੇ ਗੱਲਬਾਤ ਦੇ ਲਈ ਵਿੱਚ ਨਹੀਂ ਰੱਖਿਆ ਜਾ ਰਿਹਾ। ਇਸ ਤੋਂ ਪਹਿਲਾਂ ਵੀ ਇੱਕ ਵਾਰੀ ਚਰਚਾ ਹੋਈ ਸੀ ਕਿ ਰਾਜਨਾਥ ਸਿੰਘ ਵਿੱਚ ਸ਼ਾਮਲ ਹੋਣਗੇ, ਪਰ ਮੌਕੇ ਦੇ ਉੱਤੇ ਬਦਲਾਅ ਹੋ ਗਿਆ। ਉਸ ਤੋਂ ਬਾਅਦ ਅੰਦੋਲਨ ਜਿਹੜਾ ਉਹ ਹੁਣ ਵੀ ਸਰਕਾਰ ਦੇ ਹੱਥ ਪੈਂਦਾ ਨਜ਼ਰ ਨਹੀਂ ਆ ਰਿਹਾ। ਇਸ ਤੋਂ ਇਲਾਵਾ ਹੋਰ ਵੀ ਖਬਰਾਂ ਨੇ ਕਿ ਟਕੈਤ ਸਾਹਿਬ ਦੇ ਸੱਦੇ ਤੇ ਕਿਸਾਨ ਆਪਣੀਆਂ ਫਸਲਾਂ ਉਜਾੜ ਰਹੇ ਨੇ। ਭਾਵੇਂ ਹੁਣ ਕਿਸਾਨਾਂ ਨੂੰ ਰੋਕਿਆ ਜਾ ਰਿਹਾ, ਪਰ ਇੱਕ ਜਿਵੇਂ ਕਹਿੰਦੇ ਨੇ ਜ਼ਬਾਨੋਂ ਤੀਰ ਜਿਹੜਾ ਨਿਕਲ ਗਿਆ ਉਹ ਹੁਣ ਕਿਸਾਨ ਆਗੂਆਂ ਦੇ ਵੀ ਹੱਥ ਨਹੀਂ ਆ ਰਿਹਾ। ਤੇ ਇਸ ਤੋਂ ਇਲਾਵਾ ਹੋਰ ਵੀ ਖਬਰਾਂ ਹੋਣਗੀਆਂ। ਪਾਰਲੀਮੈਂਟ ਘੇਰਨ ਦੀ ਗੱਲ ਕੀਤੀ ਗਈ ਸੀ, ਉਹਦੇ ਤੋਂ ਵੀ ਕਿਸਾਨ ਆਗੂ ਜਿਹੜੇ ਹੁਣ ਕਹਿੰਦੇ ਨੇ ਕਿ ਸਿਰਫ ਇੱਕ ਸੰਕੇਤਕ ਸੀ। ਸਾਰਿਆਂ ਉੱਤੇ ਗੱਲਬਾਤ ਕਰਾਂਗੇ। ਮੇਰੇ ਨਾਲ ਸੀਨੀਅਰ ਪੱਤਰਕਾਰ ਪ੍ਰਵਿੰਦਰ ਸਿੰਘ ਰਾਏਪੁਰ ਮੌਜੂਦ ਨੇ। ਪ੍ਰਵਿੰਦਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਧੰਨਵਾਦ ਸੁਖਵਿੰਦਰ ਸਿੰਘ ਜੀ। ਪ੍ਰਵਿੰਦਰ, ਜਿਸ ਤਰੀਕੇ ਦੇ ਨਾਲ ਖੇਤੀ ਮੰਤਰੀ ਕਹਿ ਰਹੇ ਨੇ ਕਿ ਕਿਸਾਨਾਂ ਦੇ ਨਾਲ ਅਸੀਂ ਗੱਲਬਾਤ ਦੇ ਲਈ ਤਿਆਰ ਹਾਂ, ਕੀ ਲੱਗਦਾ ਅੰਦਰ ਦੀ ਮਨਸ਼ਾ ਕੀ ਹੈ? ਪਹਿਲਾਂ ਬੜੇ ਦਿਨ ਹੋ ਗਏ 11 ਦੌਰ ਦੀ ਜਿਹੜੀ ਬੈਠਕ ਹੋ ਕੇ ਹਟੀ ਹੈ, ਉਹ ਤੋਂ ਬਾਅਦ ਬੜੀ ਵਾਰੀ ਕਿਹਾ ਗਿਆ, ਕਿਸਾਨ ਆਗੂ ਕਹਿ ਰਹੇ ਨੇ ਗੱਲਬਾਤ ਕਰੋ। ਇਹ ਕਹਿੰਦੇ ਗੱਲਬਾਤ ਲਈ ਤਾਂ ਤਿਆਰ ਆ, ਪਰ ਅੰਦਰ ਲੱਗਦਾ ਹੈ ਕਿ ਦਾਲ 'ਚ ਕੁਝ ਕਾਲਾ। ਸੁਖਵਿੰਦਰ ਜੀ, ਜਿਹੜੀ ਗੱਲ ਸਰਕਾਰ ਵੱਲੋਂ ਆ ਰਹੀ ਹੈ ਉਹ ਤਾਂ ਇਹੀ ਆ ਕਿ ਭਾਜਪਾ ਜਿਹੜੀ ਹੈ ਉਹ ਕਾਨੂੰਨ ਰੱਦ ਕਰਨ ਦੇ ਰੌਂਹ 'ਚ ਹੈ ਹੀ ਨਹੀਂ। ਉਹਦੇ ਆਪਦੇ ਬੰਦੇ ਬਾਰ-ਬਾਰ ਕਹਿ ਰਹੇ ਨੇ ਕਿ ਕਿਸਾਨ ਕੁਛ ਵੀ ਕਰ ਲੈਣ, ਕਾਨੂੰਨ ਨਹੀਂ ਰੱਦ ਹੁੰਦੇ। ਜਾਣੀ ਕਿ ਸਿੱਧਾ ਮਸਲਾ ਤਾਂ ਸਿੱਧਾ ਹੀ ਹੈ ਕਿ ਉਹਨਾਂ ਨੇ ਤਾਂ ਧਾਰਿਆ ਹੋਇਆ ਹੈ, ਜਾਂ ਉਹਨਾਂ ਦੀ ਕਮਿਟਮੈਂਟ ਇੱਦਾਂ ਦੀ ਹੋਈ ਆ ਕਿ ਉਹ ਪਿੱਛੇ ਮੁੜ ਨਹੀਂ ਸਕਦੇ। ਇਹੋ ਜਿਹਾ ਕੁਛ ਉਹਨਾਂ ਨੇ ਕਰ ਰੱਖਿਆ ਕਾਰਪੋਰੇਟ ਘਰਾਣਿਆਂ ਨਾਲ ਕਿ ਉਹਨਾਂ ਨੂੰ ਖਤਰਾ ਆ, ਹਰ ਤਰ੍ਹਾਂ ਦਾ ਖਤਰਾ ਹੈ। ਹੋ ਸਕਦਾ ਕੋਈ ਇੱਦਾਂ ਦੀ ਗੱਲ ਹੋਵੇ ਜਿਹੜੀ ਜਨਤਕ ਹੋ ਜੇ ਤਾਂ ਭਾਜਪਾ ਦਾ ਅਸਲੀ ਚਿਹਰਾ ਜਿਹੜਾ ਹੁਣ ਸਰਕਾਰ 'ਚ ਹੈ ਉਹ ਕਿੱਦਾਂ ਦਾ ਉਹ ਸਾਹਮਣੇ ਆ ਜੇ ਲੋਕਾਂ ਦੇ। ਕੋਈ ਇੱਦਾਂ ਦੀਆਂ ਘਟਨਾਵਾਂ ਵਾਪਰੀਆਂ ਹੋਣਗੀਆਂ ਜਿਨ੍ਹਾਂ ਨੂੰ ਸਰਕਾਰ ਦਾ, ਜਿਨ੍ਹਾਂ ਦੇ ਪਿੱਛੇ ਹੱਥ ਹੋਊਗਾ ਤੇ ਉਹ ਹੁਣ ਸਾਹਮਣੇ ਆਉਣ ਦਾ, ਨਸ਼ਰ ਹੋਣ ਦਾ ਡਰ ਹੈ ਉਹਨਾਂ ਨੂੰ। ਸੋ ਇਹ ਗੱਲ ਤਾਂ ਤੈਅ ਹੀ ਹੈ। ਦੂਜੀ ਗੱਲ ਇਹ ਹੈ ਕਿ ਵੇਟ ਕੀਤੀ ਜਾ ਰਹੀ ਹੈ ਬਈ ਕਿਵੇਂ ਨਾ ਕਿਵੇਂ ਲੰਮਾ ਸਮਾਂ ਲੈ ਜਾਈਏ, ਆਪਣੇ ਆਪ ਤੋਂ ਥੱਕ ਟੁੱਟ ਕੇ ਇਹ ਜਦੋਂ ਇਹਨਾਂ ਦਾ ਨੁਕਸਾਨ ਹੋ ਜਾਊਗਾ, ਕਿੰਨੀ ਦੇਰ ਤੱਕ ਖਾਈ ਜਾਣਗੇ ਇੱਥੇ ਬੈਠ ਕੇ ਵਿਹਲੇ, ਕੌਣ ਖਿਲਾਈ ਜਾਊਗਾ। ਅਤੇ ਉਹ ਵੇਟ ਕਰ ਰਹੇ ਨੇ ਕਿ ਇੱਕ ਦਿਨ ਤੁਰਨਾ ਹੀ ਪੈਣਾ, ਉੱਠਣਾ ਹੀ ਪੈਣਾ। ਵੇਟ ਕੀਤੀ ਜਾ ਰਹੀ ਹੈ। ਵੇਟ ਐਂਡ ਵਾਚ ਜਿਹੜਾ ਆਪਾਂ ਕਹਿੰਦੇ ਉਹ ਗੱਲ ਸਰਕਾਰ ਵੱਲੋਂ ਇੱਦਾਂ ਦੀ ਕੀਤੀ ਜਾ ਰਹੀ ਹੈ। ਤੀਜੀ ਗੱਲ ਇਹੀ ਹੈ ਕਿ ਜਿਹੜਾ ਤੋਮਰ ਸਾਹਿਬ ਦਾ ਬਿਆਨ ਹੈ ਉਹਦੇ ਵਿੱਚ ਇੱਕ ਗੱਲ ਜਿਹੜੀ ਦੇਖਣ ਵਾਲੀ ਆ ਉਹ ਇਹੀ ਹੈ ਕਿ ਜੇ ਸਰਕਾਰ ਦੀਆਂ ਪੇਸ਼ਕਸ਼ਾਂ ਨੂੰ ਮੰਨਦੇ ਆ ਕਿਸਾਨ, ਠੀਕ ਹੈ, ਉਹ ਤਾਂ ਗੱਲਬਾਤ ਦੀ ਸਰਕਾਰ ਜਿਹੜੀ ਹੈਗੀ ਤਿਆਰ ਆ। ਪੇਸ਼ਕਸ਼ ਕੀ ਹੈ ਕਿ ਇਕੱਲੇ ਨੁਕਤੇ 'ਤੇ ਜਿਹੜੀ ਹੈਗੀ ਆ ਉਹ ਚਰਚਾ ਕਰਨ। ਰੱਦ ਹੋਣ ਵਾਲੀ ਗੱਲ ਆ ਹੀ ਨਹੀਂ ਰਹੀ ਕਿਤੇ ਵੀ। ਰੱਦ ਹੋਣ ਵਾਲੀ ਗੱਲ ਕਿਸੇ ਦੇ ਮੂੰਹੋਂ ਹੀ ਨਹੀਂ ਨਿਕਲਦੀ ਜਿਹੜੇ ਮੋਦੀ ਟੀਮ ਦੇ ਮੈਂਬਰ ਨੇ। ਸੋ ਕਹਿਣ ਤੈਅ ਤਾਂ ਇਹੀ ਹੈ ਨਾ ਕਿ ਰੱਦ ਹੋਣੇ ਨਹੀਂ। ਲੰਮਾ ਸਮਾਂ ਸੰਘਰਸ਼ ਘੜੀਸੀ ਜਾਓ, ਆਪ ਹੀ ਥੱਕ ਟੁੱਟ ਕੇ ਉਹ ਚਲੇ ਜਾਣਗੇ। ਬਾਕੀ ਜਿਹੜੀਆਂ ਕਾਰਵਾਈਆਂ ਉਹ ਚੱਲ ਹੀ ਰਹੀਆਂ, ਤੁਸੀਂ ਦੇਖ ਹੀ ਰਹੇ ਹੋ ਕਿ ਜਿਵੇਂ ਨਜਾਇਜ਼ ਪਰਚੇ ਹੋਏ, ਬਕਾਇਦਾ ਤੌਰ 'ਤੇ ਜ਼ਮਾਨਤਾਂ ਹੋਣ ਲੱਗ ਗਈਆਂ, ਕੋਰਟ ਵੀ ਪੁੱਛਣ ਲੱਗ ਗਈ ਵੀ ਭਾਈ ਤੁਸੀਂ ਆਹ ਕਿਵੇਂ ਕੀਤਾ। ਅਤੇ ਉਹ ਜਿਹੜਾ ਦਿਸ਼ਾ ਰਵੀ ਸੀ ਉਹਦਾ ਦੇਖ ਲਓ ਮਾਮਲਾ ਸੀਗਾ, ਨਵਦੀਪ ਕੌਰ ਦਾ ਮਾਮਲਾ ਹੈ। ਉਹਦਾ ਜਿਹੜਾ ਮੁਲਾਜ਼ਮ ਰੱਖਿਆ ਸੀ ਇਹਨਾਂ ਨੇ, ਮਜ਼ਦੂਰ ਸੰਗਠਨ ਦਾ ਜਿਹੜਾ ਪ੍ਰਧਾਨ ਹੈਗਾ, ਉਹਦੇ 'ਤੇ ਵੀ ਉਹ ਤਸ਼ੱਦਦ ਕੀਤੇ ਆ। ਉਹਦੀ ਰਿਪੋਰਟ ਵੀ ਜਨਤਕ ਹੋ ਗਈ ਆ, ਹੁਣ ਕੋਰਟ ਦੇ ਵਿੱਚ ਚਲੀ ਗਈ। ਕੋਰਟ ਨੇ ਸਰਕਾਰ ਨੂੰ ਹਦਾਇਤ ਕੀਤੀ ਹੈ, ਪੁਲਿਸ ਤੋਂ ਜਵਾਬ ਮੰਗਿਆ। ਉਹਦੇ ਵਿਚਾਰੇ ਦੇ ਨਹੁੰ ਵਗੈਰਾ ਵੀ ਕੱਢੇ ਆ, ਉਹਦੇ ਨੀਲ ਪਿਆ ਹੋਇਆ ਸੀ ਪੱਟਾਂ 'ਤੇ, ਲੱਤਾਂ 'ਤੇ, ਪੈਰਾਂ 'ਤੇ।
ਤੇ ਉਹ ਇਹ ਸਾਰਾ ਕੁਝ ਪਤਾ ਲੱਗ ਹੀ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਨਤਾ ਨੂੰ ਪਤਾ ਲੱਗਣਾ। ਗੱਲ ਤਾਂ ਇਹ ਹੈ ਕਿ ਹੁਣ ਜਨਤਾ ਜਿਹੜੀ ਹੈਗੀ ਹੈ ਜਥੇਬੰਦੀਆਂ ਨਾਲ ਤੁਰਦੀ ਹੈ, ਕਿੰਨੀ ਕੁ ਹੋਰ ਤੁਰਦੀ ਹੈ, ਕਿੰਨਾ ਕੁ ਇਕੱਠ ਹੋਰ ਹੁੰਦਾ ਹੈ, ਕਿੰਨਾ ਲੰਮਾ ਸਮਾਂ ਜਿਹੜੇ ਜਥੇਬੰਦੀਆਂ ਨੇ ਉਹ ਇਸ ਇਕੱਠ ਨੂੰ ਸਾਂਭ ਕੇ ਰੱਖਦੀਆਂ ਨੇ, ਜਾਂ ਸਰਕਾਰ ਜਿਹੜੀ ਹੈਗੀ ਆ ਉਹ ਕਾਮਯਾਬ ਹੁੰਦੀ ਹੈ ਇਹਨਾਂ ਦਾ ਇਕੱਠ ਘਟਾਉਣ 'ਚ ਜਾਂ ਇਹਨਾਂ ਨੂੰ ਠਾਲਣ 'ਚ, ਇਹ ਸਮਾਂ ਦੱਸੇਗਾ। ਪਰ ਜਿਹੜਾ ਹੁਣ ਪੇਸ਼ਕਸ਼ ਹੋਈ ਹੈ ਤਾਂ ਸਰਕਾਰ ਵੱਲੋਂ ਜੋ ਬਿਆਨ ਆਇਆ ਉਹ ਸਿਰਫ ਤੇ ਸਿਰਫ ਉਹੀ ਬਿਆਨ ਹੈ ਜਿਹੜਾ ਪਹਿਲਾਂ ਮੀਟਿੰਗਾਂ ਹੋ ਚੁੱਕੀਆਂ ਕਿ ਆਉਂਗੇ, ਚਾਹ ਪੀ ਲਾਂਗੇ, ਨਾਸ਼ਤਾ ਕਰਾਂਗੇ ਇਕੱਠੇ, ਫਿਰ ਉਹੀ ਨੁਕਤੇ ਤੇ ਨੁਕਤਾ ਗੱਲਬਾਤ ਕਰਨ ਲਈ ਤਿਆਰ ਆ, ਨਹੀਂ ਤਾਂ ਘਰ ਨੂੰ ਚਲੇ ਜਾਓ ਰੋਟੀ ਖਾ ਕੇ। ਬਸ ਆਹੀ ਆ, ਹੋਰ ਮਨਸਾ ਕੁ ਸਾਫ਼ ਹੀ ਹੈ ਕਿ ਰੱਦ ਨਹੀਂ ਕਰਨੇ ਉਹਨਾਂ ਨੇ। ਬਿਲਕੁਲ, ਜਿਸ ਤਰੀਕੇ ਨਾਲ ਨਰੇਸ਼ ਟਕੈਤ ਹੋਣੀ ਕਹਿੰਦੇ ਨੇ ਕਿ ਰਾਜਨਾਥ ਸਿੰਘ ਨੂੰ ਜੇ ਵਿੱਚ ਲਿਆਂਦਾ ਜਾਵੇ, ਭਾਵੇਂ ਉਹਨਾਂ ਨੇ ਕਿਹਾ ਕਿ ਉਹ ਪਿੰਜਰਾ ਤੋਤਾ ਬਣਾ ਕੇ ਰੱਖਿਆ, ਕਹਿੰਦੇ ਰਾਜਨਾਥ ਸਿੰਘ ਜੇ ਆ ਜਾਣ ਤਾਂ ਸ਼ਾਇਦ ਗੱਲ ਬਣ ਜੇ। ਰਾਜਨਾਥ ਸਿੰਘ ਨੂੰ ਲੱਗਦਾ ਕਿ ਅਗਲੀ ਮੀਟਿੰਗ ਦੇ ਵਿੱਚ ਸ਼ਾਮਲ ਕਰ ਲੈਣਗੇ। ਦਬਾਅ ਸਰਕਾਰ ਤੇ ਇੱਧਰੋਂ ਵੀ ਵੱਧਦਾ ਜਾ ਰਿਹਾ, ਅੰਦਰੂਨੀ ਦਬਾਅ ਜਿਹੜਾ ਆ। ਨਹੀਂ, ਜਦੋਂ ਦੋ ਗੱਲਾਂ ਨਰੇਸ਼ ਟਕੈਤ ਦੇ ਜਿਹੜਾ ਬਿਆਨ ਹੈ ਉਹਦੇ 'ਚ ਝਲਕਦੀਆਂ ਨੇ। ਇੱਕ ਤਾਂ ਮੋਦੀ ਦੀ ਟੀਮ ਦੇ ਵਿੱਚੋਂ ਜਿਹੜੇ ਬੰਦੇ ਸੀਨੀਅਰ ਨੇ, ਚਾਹੇ ਅਡਵਾਨੀ ਹੋਰੀ ਨੇ, ਚਾਹੇ ਰਾਜਨਾਥ ਸਿੰਘ ਹੋਰੀ ਨੇ, ਜਾਂ ਹੋਰ ਨੇ ਗਡਕਰੀ ਵਗੈਰਾ ਉਹਨਾਂ ਨੂੰ ਸਾਰਿਆਂ ਨੂੰ ਸਾਈਡ 'ਤੇ ਕੀਤਾ ਹੋਇਆ। ਇਹ ਸਪਸ਼ਟ ਹੋ ਰਿਹਾ। ਜਿਹੜੀ ਆਪਾਂ ਸ਼ੁਰੂ 'ਚ ਗੱਲ ਕਰਦੇ ਸੀ ਕਿ ਉਹ ਬੰਦੇ ਕਿਉਂ ਨਹੀਂ ਬੋਲ ਰਹੇ, ਹੁਣ ਤੱਕ ਕਿਉਂ ਨਹੀਂ ਸਾਹਮਣੇ ਆਏ, ਚਾਹੇ ਕਿਸਾਨਾਂ ਦੇ ਪੱਖ 'ਚ ਬੋਲਣ, ਚਾਹੇ ਸਰਕਾਰ ਦੇ ਪੱਖ 'ਚ ਬੋਲਣ, ਕਿਸੇ ਇੱਕ ਪਾਸੇ ਤਾਂ ਹੋਣ ਨਾ, ਉਹ ਚੁੱਪ ਬੈਠੇ ਨੇ। ਅਤੇ ਉਹ ਗੱਲ ਇੱਥੋਂ ਹੁਣ ਸਾਫ਼ ਹੁੰਦੀ ਨਜ਼ਰ ਆ ਰਹੀ ਹੈ। ਇਹ ਗੱਲ ਆਉਣੀ ਸ਼ੁਰੂ ਹੋ ਗਈ ਬਾਹਰ, ਹੌਲੀ ਹੌਲੀ ਆਏਗੀ। ਜਿਵੇਂ ਹੋਰਨਾਂ ਭਾਜਪਾ ਦੇ ਸੀਨੀਅਰ ਆਗੂਆਂ ਨੇ, ਚਾਹੇ ਜਸਵੰਤ ਸਿੰਨਹਾ ਸੀਗਾ, ਸੁਬਰਾਮਣੀਅਮ ਸਵਾਮੀ, ਉਹਨਾਂ ਦੇ ਬਿਆਨ ਆਏ ਨੇ, ਅਤੇ ਹੁਣ ਹੋ ਸਕਦਾ ਹੌਲੀ ਹੌਲੀ ਇਹਨਾਂ ਦੇ ਬਿਆਨ ਵੀ ਆਉਣੇ ਸ਼ੁਰੂ ਹੋ ਜਾਣ। ਵੇਟ ਕਰ ਰਹੇ ਨੇ ਵੀ, ਹੋ ਸਕਦਾ 2024 ਦੀ ਵੇਟ ਕਰਦੇ ਹੋਣ। ਚਲੋ ਖੈਰ, ਦੂਜੀ ਗੱਲ ਇਹ ਵੀ ਜਦੋਂ ਨਰੇਸ਼ ਟਕੈਤ ਨੂੰ ਪਤਾ ਕਿ ਪਿੰਜਰੇ ਦਾ ਤੋਤਾ ਬਣਾ ਕੇ ਰੱਖਿਆ ਹੈ, ਤਾਂ ਫਿਰ ਜੇ ਆ ਵੀ ਜਾਵੇ ਹੁਣ, ਉਹ ਇਕੱਲਾ ਕਿਵੇਂ ਫੈਸਲਾ ਲੈ ਲੂਗਾ? ਇਹ ਲੈ ਹੀ ਨਹੀਂ ਸਕਦਾ ਫੈਸਲਾ। ਉਹਦੇ ਹੱਥ 'ਚ ਕੀ ਹੋਊਗਾ ਜਦੋਂ ਪਿੰਜਰੇ ਦਾ ਤੋਤਾ ਹੀ ਆ ਉਹ? ਜੇ ਆ ਵੀ ਗਿਆ ਤਾਂ ਬੋਲਣਾ ਉਹਨੇ ਫਿਰ ਉਹੀ ਮਾਲਕ ਦੀ ਬੋਲੀ ਆ, ਫਿਰ ਉਹਨੂੰ ਬਣਾਉਣ ਦਾ ਵੀ ਫਾਇਦਾ ਕੀ ਹੈ? ਪਰ ਉਹਨਾਂ ਨੂੰ ਲੱਗਦਾ ਨਾ ਕਿ ਸ਼ਾਇਦ ਜਿਹੜਾ ਤੋਤਾ ਆਜ਼ਾਦ ਹੋ ਜੇ, ਸਾਡੇ ਵਿੱਚ ਆ ਕੇ ਗੱਲਬਾਤ ਜਦੋਂ ਕਰੇਗਾ, ਕੀ ਲੱਗਦਾ ਕਿਸਾਨ ਉਹਨਾਂ ਨੂੰ ਮਤਲਬ ਕਿ ਸਮਰਥਨ ਦੇ ਦੇਣ, ਕਿਸਾਨ ਕਹਿ ਦੇਣ ਕਿ ਅਸੀਂ ਤੁਹਾਡੇ ਨਾਲ ਆ, ਜਿਵੇਂ ਤੁਸੀਂ ਕਹਿੰਦੇ ਉਵੇਂ ਕਰ ਲੈਣ। ਅਤੇ ਫਿਰ ਜੇ ਆਉਣਾ ਆਜ਼ਾਦ ਹੀ ਹੋਣਾ, ਫਿਰ ਤਾਂ ਸ਼ਰੇਆਮ ਇਕੱਲਾ ਹੀ ਆ ਜਾਣਾ। ਨਾ ਬੁਲਾਏ ਤੋਂ ਆਉਣਾ ਚਾਹੀਦਾ, ਨਾ ਹੀ ਸਰਕਾਰ ਨੂੰ ਕਹਿਣਾ ਚਾਹੀਦਾ ਕਿ ਉਹ ਭੇਜੋ ਉਹਨੂੰ। ਉਹ ਤਾਂ ਸ਼ਰੇਆਮ ਆਵੇ ਨਾ। ਫਿਰ ਜੇ ਆਜ਼ਾਦ ਹੋ ਕੇ ਆਉਣਾ, ਆਜ਼ਾਦ ਹੋ ਕੇ ਤਾਂ ਬੰਦਾ ਆਪ ਆਉਂਦਾ। ਜੇ ਰਾਜਨਾਥ ਸਿੰਘ ਨੇ ਆਜ਼ਾਦ ਹੋਣਾ ਰੱਖਿਆ ਮੰਤਰੀ ਨੇ ਦੇਸ਼ ਦੇ, ਤਾਂ ਉਹਨਾਂ ਨੇ ਉਹ ਆ ਕੇ ਸਾਹਮਣੇ ਕਿਸਾਨਾਂ ਦੇ ਕੋਲ ਬੈਠ ਜਾਣ, ਕਿਸਾਨਾਂ ਦੀ ਗੱਲ ਕਰ ਲੈਣ ਕਿਸਾਨਾਂ ਨਾਲ ਵੀ ਹਾਂ ਤੁਸੀਂ ਕੀ ਚਾਹੁੰਦੇ ਹੋ, ਰੱਦ ਹੋ ਸਕਦੇ, ਨਹੀਂ ਹੋ ਸਕਦੇ। ਜੇ ਉਹਨਾਂ 'ਤੇ ਵਿਸ਼ਵਾਸ ਹੈ ਇੰਨਾ, ਅਤੇ ਆਜ਼ਾਦ ਹੋ ਕੇ ਹੀ ਆਉਣਾ, ਆ ਕੇ ਗੱਲ ਕਰ ਲੈਣ। ਜੇ ਰੱਦ ਹੋਣ ਵਾਲਾ ਮਸਲਾ ਹੱਲ ਹੁੰਦਾ, ਰੱਦ ਕਰ ਦੇਣ, ਫਿਰ ਕਰਵਾ ਲੈਣ। ਪਰ ਜਦੋਂ ਪਿੰਜਰੇ ਦਾ ਤੋਤਾ, ਉਹ ਇੱਦਾਂ ਨਹੀਂ ਹੁੰਦਾ ਕਿ ਮਾਲਕ ਤੋਂ ਬਿਨਾਂ ਬੋਲੇਗਾ। ਦੂਜੀ ਗੱਲ, ਜੇ ਆਜ਼ਾਦ ਹੋ ਗਏ, ਆਜ਼ਾਦ ਹੋ ਕੇ ਆ ਗਏ, ਰੱਦ ਹੋਣ ਦੀ ਜਾਂ ਰੱਦ ਕਰਾਉਣ ਦੀ ਗੱਲ ਹੋ ਗਈ, ਫਿਰ ਨਾ ਪਿੰਜਰੇ ਦਾ ਤੋਤਾ ਰਹਿਣਾ, ਨਾ ਹੀ ਉਹਨਾਂ ਦੀ ਮੰਨੀ ਜਾਣੀ। ਉਹਨਾਂ ਰਾਜਨਾਥ ਸਿੰਘ ਦੀ ਕਿਉਂ ਮੰਨਣਗੇ ਫਿਰ ਉਹ? ਬਿਲਕੁਲ। ਇਸ ਤੋਂ ਅੱਗੇ ਰਾਕੇਸ਼ ਟਕੈਤ ਹੋਣਾ ਨੇ ਕਿਹਾ ਸੀ ਕਿ ਸਾਰੇ ਕਿਸਾਨ ਜਿਹੜੇ ਨੇ, ਜੇ ਉਹ ਆਪਣੀਆਂ ਉਹਨਾਂ ਨੂੰ ਫਸਲਾਂ ਵੀ ਉਜਾੜਨੀਆਂ ਪਈਆਂ, ਫਸਲਾਂ ਨੂੰ ਅੱਗ ਵੀ ਲਾਉਣੀ ਪਈ, ਇੱਕ ਫਸਲ ਜਿਹੜੀ ਉਹ ਖਰਾਬ ਵੀ ਕਰਨੀ ਪਈ, ਉਹ ਵੀ ਕਰਨ ਨੂੰ ਤਿਆਰ ਹੋ ਜਾਣਗੇ। ਉਹਨਾਂ ਨੇ ਮੰਚ ਤੋਂ ਸਿਰਫ ਕਿਸਾਨਾਂ ਤੋਂ ਪੁੱਛਿਆ ਸੀ ਕਿ ਕੀ ਇਹਦੇ ਲਈ ਤਿਆਰ ਹੋ? ਕਿਸਾਨ ਕਹਿੰਦੇ ਤਿਆਰ ਹਾਂ। ਅਤੇ ਉਸ ਤੋਂ ਬਾਅਦ ਨਤੀਜੇ ਸਾਹਮਣੇ ਨੇ, ਤਸਵੀਰਾਂ ਪੰਜਾਬ ਤੋਂ ਵੀ, ਹਰਿਆਣੇ ਤੋਂ ਵੀ ਸਾਹਮਣੇ ਆ ਰਹੀਆਂ ਨੇ। ਕਿਸਾਨ ਆਪਣੀ ਫਸਲ ਨੂੰ ਵਾਹ ਰਹੇ ਨੇ। ਅਤੇ ਪਹਿਲਾਂ ਇਹਨਾਂ ਨੇ ਪਾਰਲੀਮੈਂਟ ਦਾ ਵੀ ਸੱਦਾ ਦਿੱਤਾ ਸੀਗਾ, ਉਹ ਵੀ ਕਿਹਾ ਕਿ ਅਸੀਂ ਪਾਰਲੀਮੈਂਟ ਵੀ ਘੇਰ ਲਾਂਗੇ ਅਗਲੇ ਟਾਈਮ ਦੇ ਵਿੱਚ, ਉਹਦੇ ਲਈ ਵੀ ਤਿਆਰ ਰਹੋ। ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ ਹੋ ਕਿ ਬਿਆਨ ਦੇ ਕੇ ਹੁਣ ਲੀਡਰ ਕਹਿੰਦੇ ਨੇ ਕਿ ਨਹੀਂ, ਅਜਿਹਾ ਨਹੀਂ ਕਰਨਾ, ਸਮਾਂ ਆਉਣ ਤੇ ਦੱਸਾਂਗੇ, ਪਰ ਲੋਕ ਜਿਹੜੇ ਨੇ ਉਹ ਭਾਵੁਕਤਾ 'ਚ ਆ ਕੇ, ਲੋਕ ਜਿਹੜੇ ਗੁੱਸੇ ਵਿੱਚ ਆ ਕੇ ਉਹ ਇਹ ਕਦਮ ਚੁੱਕਣ ਲਈ ਤਿਆਰ ਹੋ ਗਏ? ਦੇਖੋ, ਜਿਹੜੇ ਲੀਡਰ ਹੁੰਦੇ ਨੇ ਨਾ, ਜਿੱਦਾਂ ਕੋਈ ਕਿਸੇ ਚੀਜ਼ ਦੀ ਲੀਡ ਕਰ ਰਹੇ ਹੁੰਦੇ ਨੇ, ਅਗਵਾਈ ਕਰ ਰਹੇ ਹੁੰਦੇ ਨੇ, ਖਾਸ ਕਰ ਜਦੋਂ ਇੱਦਾਂ ਦੇ ਇਕੱਠ ਹੁੰਦੇ ਨੇ, ਤਾਂ ਉਹਨਾਂ ਦੇ ਵਿੱਚ ਟੂਕ ਮਾਤਰ ਇਹੋ ਜਿਹੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਦਾ ਮਕਸਦ ਇਹ ਹੁੰਦਾ ਕਿ ਇੱਕ ਤਾਂ ਬੰਦਿਆਂ ਨੂੰ ਪ੍ਰਪੇਅਰ ਕਰ ਲੈਣਾ, ਅਤੇ ਦੂਜਾ ਇੱਕ ਜਿਵੇਂ ਮੁਹਾਵਰੇ ਵੀ ਹੁੰਦੇ ਨੇ, ਉਹ ਵੀ ਨਵੇਂ ਮੁਹਾਵਰੇ ਵੀ ਬਣਦੇ ਨੇ। ਤਾਂ ਉਹਨਾਂ ਦਾ ਮਤਲਬ ਇਹ ਵੀ ਹੁੰਦਾ ਕਿ ਸਰਕਾਰ ਤੱਕ ਇਹ ਗੱਲ ਪਹੁੰਚਾਉਣੀ ਵੀ ਅਸੀਂ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹਾਂ, ਸਾਡਾ ਕੋਈ ਵੀ ਨੁਕਸਾਨ ਹੋ ਜਾਏ ਅਸੀਂ ਚੱਲਣ ਨੂੰ ਤਿਆਰ ਹਾਂ, ਅਸੀਂ ਆਪਣੇ ਮਕਸਦ ਨੂੰ ਪੂਰਾ ਕਰਕੇ ਹੀ ਉੱਠਾਂਗੇ। ਅਤੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਉਹ ਹੌਸਲਾ, ਜਜ਼ਬਾ ਅਤੇ ਜਿਹੜੀ ਹਿੰਮਤ ਹੈ ਜੀ, ਉਹ ਭਰਨ ਵਾਸਤੇ ਹੁੰਦੇ ਨੇ। ਅਤੇ ਉਹਦੇ 'ਤੇ ਇੱਕਦਮ ਐਕਸ਼ਨ ਲੈ ਲੈਣਾ, ਅਤੇ
ਉਹ ਮੇਰੇ ਖਿਆਲ ਕੋਈ ਆਪਾਂ ਕਹਿ ਲਓ ਵੀ ਸੂਝ-ਬੂਝ ਵਾਲੀ ਗੱਲ ਨਹੀਂ ਹੁੰਦੀ। ਤੇ ਜੇ ਉਹਨਾਂ ਨੇ ਇਹ ਗੱਲ ਕੀਤੀ ਹੈ ਕਿਸੇ ਕਿਸਾਨ ਜਥੇਬੰਦੀ ਦੇ ਆਗੂ ਨੇ, ਰਾਕੇਸ਼ ਟਕੈਤ ਹੈ ਜਾਂ ਕਿਸੇ ਹੋਰ ਨੇ, ਤਾਂ ਉਹ ਹੋ ਸਕਦਾ ਕਿ ਉਹ ਕਿਸਾਨਾਂ ਦੁਆਰਾ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ ਸਰਕਾਰ ਨੂੰ ਕਿ ਆਪਣੀਆਂ ਫਸਲਾਂ ਤੱਕ ਇਹ ਵਾਹ ਦੇਣਗੇ, ਆਪਣੀਆਂ ਫਸਲਾਂ ਤੱਕ ਸਾੜ ਦੇਣਗੇ। ਇਹ ਜਿਹੜੀਆਂ ਆਪ ਹੱਥੀਂ ਪਾਲੀਆਂ ਨੇ, ਆਪ ਉੱਥੇ ਦਿਨ ਰਾਤ ਮਿਹਨਤ ਕਰਕੇ ਪਾਲੀਆਂ ਨੇ, ਉਹ ਤੱਕ ਵੀ ਸਾੜ ਦਿੰਦੇ ਨੇ। ਇਹ ਵੀ ਇਹ ਸਰਕਾਰ ਤਾਂ ਕੀ ਚੀਜ਼ ਹੈ ਫਿਰ ਜੇ ਇਹਦੇ ਨਾਲ ਮੱਥਾ ਲਾਉਣਾ ਪਿਆ। ਤੇ ਇਹ ਸਾਰਾ ਕੁਝ ਨੁਕਸਾਨ ਝੱਲਣ ਲਈ ਤਿਆਰ ਨੇ। ਪਰ ਹੁਣ ਗੱਲ ਜਿਹੜੀ ਹੈਗੀ ਆ ਉਹ ਉਸਨੂੰ ਇੱਕਦਮ ਇੰਪਲੀਮੈਂਟ ਕਰਤਾ, ਅਮਲ ਵਿੱਚ ਲਿਆਤਾ ਉਸ ਕਾਰਵਾਈ ਨੂੰ, ਉਸ ਬਿਆਨ ਨੂੰ। ਤਾਂ ਉਹਦੇ ਲਈ ਕਿਸਾਨਾਂ ਦਾ ਨੁਕਸਾਨ ਹੋ ਰਿਹਾ। ਤੇ ਉਹ ਜਿਹੜੇ ਹੈਗੇ ਰਾਕੇਸ਼ ਟਕੈਤ ਨੇ ਜਾਂ ਹੋਰ ਜਥੇਬੰਦੀਆਂ ਦੇ ਆਗੂ ਨੇ, ਉਹਨਾਂ ਨੂੰ ਇੱਕਦਮ ਅੱਗੇ ਆਉਣਾ ਚਾਹੀਦਾ ਤੇ ਇਸ 'ਤੇ ਫੌਰੀ ਤੌਰ 'ਤੇ ਜਿਹੜੀ ਰੋਕ ਲਾਉਣੀ ਚਾਹੀਦੀ ਹੈ। ਸਗੋਂ ਚਾਹੀਦਾ ਕਿ ਫਸਲਾਂ ਦੀ ਸੰਭਾਲ ਕਰਨ ਤਾਂ ਕਿ ਜਿਹੜਾ ਲੰਮਾ ਸਮਾਂ ਸੰਘਰਸ਼ ਚੱਲਣਾ ਉਹਦੇ ਉੱਤੇ ਕੰਮ ਆ ਜਾਵੇ, ਕੋਈ 4 ਪੈਸੇ ਵੀ ਬਣਨ, ਤੇ ਦੂਜਾ ਹੈਗਾ ਉੱਥੇ ਰਾਸ਼ਨ ਪਾਣੀ ਦੀ ਕੋਈ ਘਾਟ ਨਾ ਹੋਵੇ। ਠੀਕ ਹੈ, ਉਹ ਚੀਜ਼ਾਂ ਨੂੰ ਜ਼ਰੂਰੀ ਹੈ ਕਿ ਇਸ ਤਰ੍ਹਾਂ ਦਾ ਬਿਆਨ ਹੈ ਜਿਹੜਾ ਉਹ ਲੋਕਾਂ ਨੂੰ ਸਮਝਾਉਣ ਵਾਸਤੇ ਵੀ ਨਾਲ ਦੀ ਨਾਲ ਕੋਈ ਇੱਦਾਂ ਦਾ ਦੂਜਾ ਬਿਆਨ ਵੀ ਜਾਰੀ ਕਰਨਾ ਚਾਹੀਦਾ ਕਿ ਜਦੋਂ ਸਮਾਂ ਆਇਆ ਉਦੋਂ ਇਸ ਤਰ੍ਹਾਂ ਦਾ ਆਰਡਰ ਵੀ ਹੋਏਗਾ ਤਾਂ ਉਦੋਂ ਇੰਪਲੀਮੈਂਟ ਕਰਨਾ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਜਿਵੇਂ ਹੁਣ 40 ਲੱਖ ਟਰੈਕਟਰਾਂ ਦਾ ਵੀ ਆਇਆ ਸੀਗਾ ਤੇ ਦਿੱਲੀ ਕੂਚ ਕਰ ਦਿਓ, ਇੱਕਦਮ ਦਿੱਲੀ ਕੂਚ ਕਰ ਜਾਣ ਸਾਰੇ। ਤੇ ਉਹ ਮਤਲਬ ਕਿਤੇ ਨਾ ਕਿਤੇ ਇਹਨਾਂ ਦੇ ਬਿਆਨਾਂ ਨੂੰ ਵੀ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਬਿਆਨਾਂ ਨੂੰ ਜਿਹੜਾ ਹੈਗਾ ਇੱਕ ਕੁਛ ਇੱਦਾਂ ਦੇ ਸਾਜ਼ਿਸ਼ਕਰਤਾ ਵੀ ਵਿੱਚ ਬੈਠੇ ਹੁੰਦੇ ਨੇ ਜਿਹੜੇ ਇੰਪਲੀਮੈਂਟ ਕਰਵਾ ਦਿੰਦੇ ਨੇ ਧੱਕੇ ਨਾਲ ਕਿ ਜਦੋਂ ਕਰਵਾਓ ਜੀ ਫਟਾਫਟ, ਇਹ ਉਹਦਾ ਰਿਜ਼ਲਟ ਮਾੜਾ ਨਿਕਲਦਾ। ਫਿਰ ਤੁਸੀਂ ਦੇਖਿਆ ਹੀ 26 ਜਨਵਰੀ ਵੀ ਆਹੀ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਹੈ। ਸੋ ਇਹ ਚੀਜ਼ਾਂ ਨੂੰ ਥੋੜ੍ਹਾ ਹੈਗਾ ਜਿਹੜਾ ਲੋਕਾਂ ਨੂੰ ਵੀ ਗਰੇਜ ਕਰਨਾ ਚਾਹੀਦਾ, ਵੇਟ ਕਰਨੀ ਚਾਹੀਦੀ ਹੈ ਕਿ ਅਗਲਾ ਬਿਆਨ ਕੀ ਆਉਣਾ, ਤੇ ਜਾਂ ਫਿਰ ਸਾਰੀਆਂ ਜਥੇਬੰਦੀਆਂ ਸਮੁੱਚੇ ਤੌਰ 'ਤੇ ਇੱਕ ਸਾਂਝਾ ਬਿਆਨ ਜਾਰੀ ਕਰਨ ਕਿ ਇਹ ਬਿਆਨ ਹੈ ਉਸ ਟਾਈਮ ਇਸ ਲਈ ਦਿੱਤਾ ਗਿਆ ਸੀ, ਹਾਲੇ ਫਿਲਹਾਲ ਰੁਕ ਜਾਓ, ਜਦੋਂ ਸਮਾਂ ਆਇਆ ਇਹ ਵੀ ਤੁਹਾਨੂੰ ਦੱਸਿਆ ਜਾਊਗਾ। ਬਿਲਕੁਲ। ਇੱਕ ਤੋਮਰ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ, ਉਹਨਾਂ ਨੇ ਉਹਦੇ ਵਿੱਚ ਜ਼ਿਕਰ, ਉਹਨਾਂ ਨੂੰ ਸਵਾਲ ਕੀਤਾ ਗਿਆ ਕਿ FCI ਕਿਸ ਤਰੀਕੇ ਦੇ ਨਾਲ ਖਤਮ ਕੀਤੀ ਜਾ ਰਹੀ ਹੈ, ਕਿਸਾਨ ਇਸ 'ਤੇ ਸਵਾਲ ਚੁੱਕਦੇ ਨੇ। ਉਹ ਕਹਿੰਦੇ ਕਿ ਨਹੀਂ, FCI ਦੇ ਵਿੱਚ ਭੰਡਾਰਨ, ਉੱਥੇ ਜਿਹੜੀ ਫਸਲ ਦੀ ਬਰਬਾਦੀ ਜ਼ਿਆਦਾ ਹੁੰਦੀ ਸੀ, ਇਸ ਕਰਕੇ ਭੰਡਾਰਨ ਦੀ ਵੀ ਘਾਟ ਸੀ। ਤੇ ਇੱਧਰਲੇ ਪਾਸੇ ਜਿਹੜੇ ਸਾਈਲੋ ਬਣ ਰਹੇ ਨੇ, ਇਹ ਭੰਡਾਰਨ ਇਹ ਹਾਲੇ ਵੀ ਘੱਟ ਨੇ, ਇਹਦੇ ਤੋਂ ਵੀ ਵੱਧ ਬਣਨਗੇ, ਉਹਦੇ ਨਾਲ ਜਿਹੜਾ ਫਸਲਾਂ ਨੂੰ ਬਚਾਇਆ ਜਾ ਸਕਦਾ। ਇਹ ਕੀ ਦੇਖਦੇ ਹੋ ਕਿ FCI ਨੂੰ ਬਚਾਉਣ ਦੀ ਥਾਂ 'ਤੇ ਕਾਰਪੋਰੇਟ ਨੂੰ ਅੱਗੇ ਲਿਆਉਣਾ, ਤੇ ਫਸਲ ਦਾ ਜੇ ਬਰਬਾਦੀ ਹੁੰਦੀ ਹੈ ਤੇ ਉਹਦੇ ਲਈ ਤਾਂ ਫਿਰ ਸਰਕਾਰਾਂ ਜ਼ਿੰਮੇਵਾਰ ਨੇ, ਪ੍ਰਸ਼ਾਸਨਿਕ ਅਮਲਾ ਜ਼ਿੰਮੇਵਾਰ ਹੈ, ਜਿਨ੍ਹਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਤੇ ਉਹ ਸੰਭਾਲ ਨਹੀਂ ਕਰਦੇ। ਉੱਥੇ ਕਹਿੰਦੇ ਇੰਸਪੈਕਟਰਾਂ ਤੋਂ ਅਸੀਂ ਮੁਕਤ ਕਰ ਦੇਣਾ ਇਹਨਾਂ ਨੂੰ, ਪਰ ਇੱਧਰਲੇ ਪਾਸੇ ਜਿਹੜੀ ਆਪਣੀ ਨਾਕਾਮੀ ਉਹਨੂੰ ਲੁਕੋਈ ਜਾਂਦੇ ਨੇ। ਬਿਲਕੁਲ ਸੁਖਵਿੰਦਰ ਜੀ, ਇਹ ਤਾਂ ਗੱਲ ਇੱਦਾਂ ਆ ਵੀ ਜੇ ਤੁਸੀਂ ਭੰਡਾਰਨ ਦੀ ਸਮਰੱਥਾ ਜੇ ਸਰਕਾਰ ਕੋਲ ਘੱਟ ਹੈ ਤਾਂ ਉਹਦੇ ਲਈ ਸਰਕਾਰ ਆਪ ਅੱਗੇ ਆਵੇ ਨਾ, ਆਪ ਹਿੰਮਤ ਕਰੇ, ਉਹ ਭੰਡਾਰਨ ਸਮਰੱਥਾ ਵਧਾਵੇ। ਤੁਸੀਂ ਜਾ ਕੇ ਜਿਹੜੇ ਕਾਰਪੋਰੇਟ ਅਦਾਰਿਆਂ ਨੂੰ ਕਹਿ ਰਹੇ ਹੋ, ਘਰਾਣਿਆਂ ਨੂੰ ਕਹਿ ਰਹੇ ਹੋ, ਵੱਡੇ ਘਰਾਣਿਆਂ ਨੂੰ ਕਿ ਆ ਜਾਓ FCI ਨੂੰ ਖਤਮ ਕਰਨਾ, FCI ਤਾਂ ਖਤਮ ਹੋ ਹੀ ਜਾਣੀ ਆਪਣੇ ਆਪ। ਤੇ ਜਦੋਂ ਉਹ ਰਿਸ਼ਵਤ ਲੈਣ ਲੱਗ ਗਏ, ਜਦੋਂ ਸਰਕਾਰੀ ਤੌਰ ਤੇ ਜਿਸ ਨੂੰ ਡਰ ਹੁੰਦਾ, ਜਿਸ ਨੂੰ ਕੋਰਟ ਦਾ ਵੀ ਡਰ ਹੈ, ਸਰਕਾਰੀ ਮੁਲਾਜ਼ਮ ਨੂੰ, ਕਿਸੇ ਅਫਸਰ ਨੂੰ ਆਪਣੀ ਕੁਰਸੀ ਦਾ ਵੀ ਡਰ ਹੈ, ਮਿਹਨਤ ਕਰਕੇ ਉਹ ਲੱਗਿਆ, ਤੇ ਉਹ ਰਿਸ਼ਵਤ ਲੈਂਦੇ ਨੇ, ਉਹਨਾਂ ਨੂੰ ਤਾਂ ਡਰ ਹੈਗਾ ਕਿਤੇ ਨਾ ਕਿਤੇ, ਕੁਛ ਨਾ ਕੁਛ ਦਾ ਡਰ ਹੈਗਾ ਨਾ, ਸਸਪੈਂਡ ਹੋਣ ਦਾ, ਡਿਸਮਿਸ ਹੋਣ ਦਾ, ਨੌਕਰੀ ਜਾਣ ਦਾ, ਅੰਦਰ ਜਾਣ ਦਾ, ਜੇਲ੍ਹ ਜਾਣ ਦਾ। ਇਹ ਜਿਹੜੇ ਤੁਹਾਡੀਆਂ ਸਰਕਾਰਾਂ ਬਣਾਉਂਦੇ ਨੇ, ਤੁਹਾਡੀਆਂ ਸਰਕਾਰਾਂ ਆਪ ਚਲਾਉਂਦੇ ਨੇ, ਠੀਕ ਹੈ, ਤੁਹਾਨੂੰ ਕੁਰਸੀਆਂ ਬਿਠਾਉਂਦੇ ਨੇ, ਤੁਹਾਨੂੰ ਹਜ਼ਾਰਾਂ ਕਰੋੜਾਂ ਰੁਪਇਆ ਦਿੰਦੇ ਨੇ ਵੋਟਾਂ ਵਾਸਤੇ, ਇਹਨਾਂ ਦੇ ਉੱਤੇ ਤੁਸੀਂ ਕਿਵੇਂ ਨਕੇਲ ਕਸੋਗੇ? ਇਹ ਤਾਂ ਲੋਕਾਂ ਨੂੰ ਆ ਕੇ ਐਂ ਫੜ ਕੇ ਸੰਘੀ ਤੋਂ ਬਾਹਰ ਕੱਢਣਗੇ ਲੋਕਾਂ ਦੀ ਜਾਨ। ਇਹਨਾਂ ਨੂੰ ਕਿਵੇਂ ਰੋਕ ਲਓਗੇ? ਇਹਨਾਂ ਨੂੰ ਕਿਵੇਂ, ਇਹਨਾਂ ਤੋਂ ਕਰਪਸ਼ਨ ਨਾਲ ਤੁਸੀਂ ਉਹ ਕਰ ਦੋਗੇ, ਲਾਂਭੇ ਕਰ ਦੋਗੇ? ਇਹ ਤਾਂ ਕਰਪਸ਼ਨ ਨਾਲ ਲੈ ਕੇ ਆਉਣਗੇ। ਇਹ ਤਾਂ ਹੋਰ ਵੱਧ ਕਰਪਸ਼ਨ ਹੋਊਗੀ, ਤਾਂ ਹੋਰ ਲੋਕਾਂ ਨੂੰ ਗਰੀਬ ਕਰਨਗੇ। ਇਹ ਤਾਂ ਦੱਬੇ ਕੁਚਲੇ ਲੋਕ ਤਾਂ ਮਾਰੇ ਜਾਣੇ ਨੇ, ਜਿਹੜੇ ਅੱਜ ਆਪਣੀ ਰੋਜੀ ਰੋਟੀ ਖਾ ਰਹੇ ਨੇ ਚੰਗੇ ਤਰੀਕੇ ਨਾਲ ਕਹਿ ਲਓ, ਉਹਨਾਂ ਨੂੰ ਵੀ ਗਰੀਬੀ ਦੇ ਤੌਰ 'ਤੇ ਲੈਣਗੇ, ਉਹਨਾਂ ਨੂੰ ਕਿਰਤੀ ਮਜ਼ਦੂਰ ਬਣਾ ਕੇ ਆਪਣਾ ਕੰਮ ਕਰਾਉਣਗੇ, ਮਜ਼ਦੂਰ ਬਣਾ ਕੇ ਉਹਨਾਂ ਤੋਂ ਕੰਮ ਲੈਣਗੇ, ਤੇ ਉਹਨਾਂ ਦੇ ਉੱਤੇ ਕਿਸੇ ਕੋਰਟ ਦਾ ਅਸਰ ਨਹੀਂ, ਕਿਸੇ ਥਾਣੇ ਦੇ ਵਿੱਚ ਨਹੀਂ ਬੁਲਾਇਆ ਜਾ ਸਕਦਾ ਉਹਨਾਂ ਨੂੰ। ਉਹ ਅਮੀਰ ਏਡੇ ਨੇ, ਹੁਣ ਜਾ ਕੇ ਉਹ ਕਹਿਣਗੇ ਬੰਬੇ ਹਾਈ ਕੋਰਟ ਦੇ ਵਿੱਚ ਹੋਏਗਾ ਜੀ, ਸਾਡੇ ਤਾਂ ਸਾਰੇ ਮਸਲੇ ਉੱਥੇ ਦੇਖੇ ਜਾਣਗੇ। ਕੌਣ ਜਾਊਗਾ ਉੱਥੇ? ਇੱਥੇ 10 ਕਿਲੋਮੀਟਰ ਜਾਣ ਜੋਗਾ ਕਿਰਾਇਆ ਨਹੀਂ, ਪੈਟਰੋਲ ਤੁਸੀਂ ਇੰਨਾ ਮਹਿੰਗਾ ਕਰਤਾ, ਬੰਦਾ 20 ਕਿਲੋਮੀਟਰ ਆਪਣਾ ਬਾਈਕ ਨਹੀਂ ਚਲਾ ਸਕਦਾ, ਤੇ ਬੰਬੇ ਜਾ ਕੇ ਕਿਹੜਾ ਵਕੀਲ ਕਰੂਗਾ ਜਾਂ ਕਿੱਥੇ ਜਾ ਕੇ ਕੋਈ ਕੇਸ ਲੜੂਗਾ? ਸੋ ਇਹ ਉਹਨਾਂ ਲੋਕਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਲੁੱਟਣ ਲਈ ਆ ਜਾਓ, ਨਾਲੇ ਆਪਣਾ ਘਰ ਭਰੋ, ਨਾਲੇ ਸਾਡਾ ਘਰ ਭਰੋ। ਠੀਕ ਹੈ, ਭੰਡਾਰਨ ਦੀ ਸਮਰੱਥਾ ਸਰਕਾਰ ਦਾ ਫਰਜ਼ ਹੈ, ਸਰਕਾਰ ਦੀ ਡਿਊਟੀ ਆ। ਜੇ ਅਨਾਜ ਪੈਦਾ ਕਰ ਰਿਹਾ ਕਿਸਾਨ ਮਰ ਕੇ, ਤਾਂ ਉਹਦਾ ਅਨਾਜ ਨੂੰ ਸਾਂਭਣਾ,
ਗਰੀਬ ਲੋਕਾਂ ਦੇ ਵਿੱਚ ਪਹੁੰਚਾਉਣਾ, ਸਾਰਿਆਂ ਨੂੰ ਸਰਵਿਸ ਤਾਂ ਦੇਣੀ ਹੈਗੀ ਹੈ, ਪਰ ਜਿਹੜੇ ਗਰੀਬ ਨੇ ਉਹਨਾਂ ਨੂੰ ਵੀ ਦੇਣੀ। ਬਹੁਤ ਸਾਰੀਆਂ ਵਿਦੇਸ਼ਾਂ ਦੇ ਵਿੱਚ ਸਰਕਾਰਾਂ ਇਹੋ ਜਿਹੀਆਂ ਨੇ ਜਿਹੜੀਆਂ ਮਹਿੰਗਾ ਅਨਾਜ ਖਰੀਦਦੀਆਂ ਨੇ ਔਰ ਸਸਤਾ ਅੱਗੇ ਲੋਕਾਂ ਨੂੰ ਪ੍ਰੋਵਾਈਡ ਕਰਵਾਉਂਦੀਆਂ ਨੇ। ਅਤੇ ਇਹ ਕੀ ਕਰ ਰਹੇ ਨੇ, ਇੱਥੋਂ ਗਰੀਬਾਂ ਤੋਂ ਜਾਂ ਕਿਸਾਨਾਂ ਤੋਂ ਚੱਕਣਗੇ ਸਸਤਾ ਅਤੇ ਸਾਰਿਆਂ ਨੂੰ ਕੀ ਕਰਨਗੇ ਮਹਿੰਗਾ। ਇਹ ਕਿੱਥੋਂ ਦਾ ਇਨਸਾਫ ਹੈ, ਕਿੱਥੋਂ ਦਾ ਨਿਆਂ ਹੈ? ਇਹ ਪੁੱਛੇ ਇਹਨਾਂ ਨੂੰ। ਜਿਹੜੇ ਸਾਈਲੋ ਬਣਾ ਰਹੇ ਨੇ, ਤੁਸੀਂ ਨਹੀਂ ਸਾਈਲੋ ਬਣਾ ਸਕਦੇ। ਹਜ਼ਾਰਾਂ ਕਰੋੜਾਂ ਰੁਪਇਆ ਲਾ ਕੇ ਤੁਸੀਂ ਮੂਰਤੀਆਂ ਬਣਾ ਦਿੰਦੇ ਹੋ, ਅਤੇ ਇਹ ਸਾਈਲੋ ਨਹੀਂ ਬਣ ਸਕਦੇ ਦੇਸ਼ ਭਰ ਦੇ ਵਿੱਚ। ਅਤੇ ਇਹ ਚੀਜ਼ਾਂ ਜਦੋਂ ਲੋਕਾਂ ਦੇ ਵਿੱਚ ਵਿਚਰਨਗੇ, ਇਹ ਉਹਨਾਂ ਨੂੰ ਪੁੱਛੀਆਂ ਜਾਣਗੀਆਂ। ਮੀਡੀਆ ਚੁੱਪ ਹੈ ਅੱਜ, ਪਤਾ ਨਹੀਂ ਕਿਉਂ ਚੁੱਪ ਹੈ। ਮੀਡੀਆ ਦੇ ਵਿੱਚ ਵੀ ਦੌਰ ਹੁੰਦਾ, ਸਮਾਂ ਹੁੰਦਾ ਹਰੇਕ ਦਾ, ਅਤੇ ਸਮਾਂ ਆਊਗਾ ਤਾਂ ਪੁੱਛਿਆ ਜਾਊਗਾ ਇਹਨਾਂ ਨੂੰ। ਬਿਲਕੁਲ। ਅਖੀਰ ਦੇ ਵਿੱਚ ਵਿਧਾਇਕ ਪ੍ਰਗਟ ਸਿੰਘ ਦੇ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ? ਪਹਿਲਾਂ ਹੀ ਬੀਜੇਪੀ ਵਾਲੇ ਜਾਂ ਹੋਰ ਵਿਰੋਧੀ ਜਿਹੜੇ ਕਹਿ ਰਹੇ ਨੇ ਕਿ ਲੱਖਾ ਸਿਧਾਣਾ ਦੀ ਰੈਲੀ ਕਾਂਗਰਸ ਸਪੋਂਸਰਡ ਰੈਲੀ ਸੀਗੀ, ਇਸੇ ਕਰਕੇ ਲੱਖਾ ਸਿਧਾਣਾ ਨੂੰ ਦਿੱਲੀ ਪੁਲਿਸ ਕੀ ਪੰਜਾਬ ਪੁਲਿਸ ਕੋਈ ਵੀ ਉਹਨੂੰ ਹੱਥ ਨਹੀਂ ਪਾ ਸਕਿਆ। ਅਤੇ ਦੂਜੇ ਪਾਸੇ ਵਿਧਾਇਕ ਪ੍ਰਗਟ ਸਿੰਘ ਕਹਿੰਦੇ ਨੇ ਕਿ ਉਹ ਵੀ ਅੰਦੋਲਨ ਦਾ ਹਿੱਸਾ ਨੇ, ਦੀਪ ਸਿੱਧੂ ਤੇ ਲੱਖਾ ਸਿਧਾਣਾ ਵਰਗੇ। ਕੀ ਲੱਗਦਾ ਕਿ ਨੌਜਵਾਨਾਂ ਨੂੰ ਕੈਸ਼ ਕਰਨ ਦੀ ਕੋਸ਼ਿਸ਼, ਇਕੱਠ ਦੇਖ ਕੇ ਘਬਰਾ ਤਾਂ ਨਹੀਂ ਗਏ ਕਿਤੇ? ਇਕੱਠ ਦੇਖ ਕੇ ਤਾਂ ਸਾਰੇ ਹੀ ਘਬਰਾਉਂਦੇ ਨੇ ਸੁਖਵਿੰਦਰ ਜੀ। ਪ੍ਰਗਟ ਸਿੰਘ ਆਪ ਖੁਦ ਹੁਣ ਬੋਲਣ ਲੱਗੇ ਹੈ। ਲੰਮੇ ਸਮੇਂ ਤੋਂ ਸਰਕਾਰ ਦਾ ਹਿੱਸਾ ਨੇ, ਸਾਈਡ 'ਤੇ ਵੀ ਕੀਤੇ ਹੋਏ ਨੇ, ਅਤੇ ਜਿੱਥੇ ਕਿਤੇ ਕੰਮ ਕਰਨ ਦਾ ਮੌਕਾ ਹੁੰਦਾ ਉੱਥੇ ਤਾਂ ਪਿੱਛੇ ਹਟ ਜਾਂਦੇ ਨੇ। ਪਰ ਕੋਈ ਵੀ ਵਿਧਾਇਕ ਆ, ਚਾਹੇ ਉਹ ਖਿਡਾਰੀ ਹੈ, ਚਾਹੇ ਕੋਈ ਹੋਰ, ਚਾਹੇ ਦਾਅਵਾ ਕਰਕੇ ਆਇਆ ਕਿ ਲੋਕਾਂ ਦੇ ਲਈ ਕੰਮ ਕਰੂੰਗਾ ਜਾਂ ਲੋਕਾਂ ਦੇ ਲਈ ਇੱਦਾਂ, ਲੋਕਾਂ ਨੇ ਵਿਸ਼ਵਾਸ ਕੀਤਾ ਵੀ ਚਲੋ ਇਹ ਪੋਲੀਟੀਸ਼ੀਅਨ ਨਹੀਂ ਹੈ। ਇਕੱਲੇ ਪ੍ਰਗਟ ਸਿੰਘ ਦੀ ਨਹੀਂ ਗੱਲ ਕਰਦੇ, ਹੋਰ ਵੀ ਇੱਦਾਂ ਦੇ ਬਥੇਰੇ ਨੇ ਰਾਜਨੀਤਿਕ ਬੰਦੇ ਜਿਹੜੇ ਜਿਨ੍ਹਾਂ ਨੂੰ ਲੋਕਾਂ ਨੇ ਇਸ ਕਰਕੇ ਚੁਣਿਆ ਕਿ ਚੰਗਾ ਇਮਾਨਦਾਰ ਇਹਨੇ ਦੇਸ਼ ਲਈ ਜਾਂ ਸਮਾਜ ਲਈ ਕੋਈ ਅੱਛਾ ਕੰਮ ਕੀਤਾ ਹੈ। ਚਲੋ ਇਹਨੂੰ ਫਲਾਣੀ ਸਰਕਾਰ ਨੇ ਪਾਰਟੀ ਨੇ ਟਿਕਟ ਦਿੱਤੀ ਹੈਗੀ ਹੈ, ਕੋਈ ਗੱਲ ਨਹੀਂ, ਅਸੀਂ ਤੇ ਵਿਸ਼ਵਾਸ ਕਰਦੇ ਹਾਂ, ਇਹਨੂੰ ਜਿਤਾਈਏ। ਪਰ ਉਹ ਵਿਸ਼ਵਾਸ 'ਤੇ ਖਰੇ ਨਹੀਂ ਉਤਰੇ। ਸਮਾਂ ਤਾਂ ਹੁਣ ਸੀ ਜਦੋਂ ਸਰਕਾਰ ਦੇ ਵਿੱਚ ਰਹਿ ਕੇ ਤੁਸੀਂ ਲੋਕਾਂ ਦਾ ਕੁਛ ਸਵਾਰਨਾ, ਅਤੇ ਉਦੋਂ ਤਾਂ ਬੋਲਦੇ ਨਹੀਂ। ਉਦੋਂ ਤੁਹਾਡੀ ਜ਼ਬਾਨ ਹਲਕ ਤੋਂ ਥੱਲੇ ਉਤਰ ਜਾਂਦੀ ਆ। ਅਤੇ ਜਦੋਂ ਤੁਹਾਨੂੰ ਲੱਗਦਾ ਕਿ ਬਿਆਨ ਦੇ ਕੇ ਹੁਣ ਛੋਲੀ ਜੀ ਛੱਡ ਕੇ ਤੁਸੀਂ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਜਾਓ, ਉਦੋਂ ਉਹ ਤੁਹਾਨੂੰ ਮੌਕਾ ਤੁਸੀਂ ਛੱਡਦੇ ਨਹੀਂ ਹੈਗੇ। ਸੋ ਇਹ ਸਿਰਫ ਬਿਆਨਬਾਜ਼ੀ ਹੀ ਆ। ਪਤਾ ਨਹੀਂ ਕਿਸ ਸੰਦਰਭ 'ਚ ਦਿੱਤੀ ਹੈ ਬਿਆਨਬਾਜ਼ੀ ਇਹ, ਅਤੇ ਕਿਹੜੇ ਲੋਕਾਂ ਨੂੰ ਕੈਸ਼ ਕਰਨ ਦਾ ਮਤਲਬ ਕੀ ਆ? ਜੇ ਲੋਕਾਂ ਦੇ ਕੰਮ ਕਰੇ ਹੋਣਗੇ ਅਤੇ ਉਹਨਾਂ ਨੂੰ ਕੈਸ਼, ਇਹੋ ਜਿਹੇ ਬਿਆਨਾਂ ਦੀ ਲੋੜ ਹੀ ਨਹੀਂ ਹੈਗੀ। ਉਹਨਾਂ ਨੂੰ ਕੈਸ਼ ਕਰਨ ਲਈ ਬਿਆਨ ਨਹੀਂ ਚਾਹੀਦੇ, ਕੰਮ ਚਾਹੀਦੇ ਨੇ। ਅਤੇ ਕੰਮ ਕਰਨ ਤੋਂ ਬਾਅਦ ਤੁਸੀਂ ਚਾਹੇ ਘਰੋਂ ਵੀ ਨਾ ਨਿਕਲੋ, ਚਾਹੇ ਕਿਸੇ ਨੂੰ ਮਿਲੋ ਵੀ ਨਾ, ਤੁਹਾਨੂੰ ਘਰਾਂ 'ਚ ਬੈਠੇ ਨੂੰ ਜਿਤਾ ਦੇਣਾ ਉਹਨਾਂ ਨੇ ਲੋਕਾਂ ਨੇ। ਸੋ ਇਹ ਜਿਹੜੇ ਰਾਜਨੀਤਿਕ ਬੰਦੇ ਨੇ, ਇਹਨਾਂ ਦੇ ਬਿਆਨਬਾਜ਼ੀ ਤੋਂ ਬਿਨਾਂ ਫਿਲਹਾਲ ਕੁਛ ਪੱਲੇ ਨਹੀਂ ਹੈਗਾ। ਇਹ ਸਾਰੇ ਚਾਹੇ ਕਿਸੇ ਪਾਰਟੀ ਦੇ ਨੇ, ਇਕੱਠ ਦੇ ਕੇ ਤਾਂ ਕੱਲ੍ਹ ਹੀ ਘਬਰਾਏ ਫਿਰਦੇ ਨੇ। ਅਕਾਲੀ ਸਿੱਧੀ ਦੂਸ਼ਣਬਾਜ਼ੀ ਕਰੀ ਜਾਂਦੇ ਨੇ ਕਿ ਇਹਨੂੰ ਉੱਥੇ ਕੋਈ ਕਾਂਗਰਸੀ ਦਾ ਮੁੰਡਾ ਗਿਆ ਸੀ, ਇਸ ਕਰਕੇ ਕਾਂਗਰਸ ਦੀ ਸ਼ਾਇ ਹੈ ਜੀ, ਉੱਥੇ ਮਹਾਰਾਜ ਪਿੰਡ ਕੀਤਾ ਗਿਆ ਜੀ, ਉੱਥੇ ਕਾਂਗਰਸ ਨੇ ਪੁਲਿਸ ਨੂੰ ਕਿਹਾ ਨਹੀਂ ਜਾਂ ਪੁਲਿਸ ਨੇ ਕਾਰਵਾਈ ਨਹੀਂ ਕੀਤੀ। ਕੋਈ ਗੱਲ ਨਹੀਂ, ਜਿੱਥੇ ਕਾਰਵਾਈ ਹੋਣੀ ਚਾਹੀਦੀ ਸੀ ਉੱਥੇ ਰੌਲਾ ਪਾਇਆ। ਬਰਗਾੜੀ ਕਾਂਡ ਹੋਇਆ, ਉੱਥੇ ਕੋਈ ਬੋਲਿਆ? ਉੱਥੇ ਪੁਲਿਸ ਦੀ ਕਾਰਵਾਈ ਨਹੀਂ ਚਾਹੀਦੀ ਸੀਗੀ। ਸੋ ਇਹ ਚੀਜ਼ਾਂ ਜਿਹੜੀਆਂ ਨੇ ਸਿਰਫ ਇਹ ਆਪਣਾ ਫਾਇਦਾ, ਨਿੱਜੀ ਫਾਇਦਾ ਦੇਖਦੀਆਂ ਨੇ ਪਾਰਟੀਆਂ। ਕਿੱਥੋਂ ਵੋਟ ਨੂੰ ਫੜੀਏ, ਕਿੱਥੋਂ ਵੋਟ ਨੂੰ ਕੈਪਚਰ ਕਰੀਏ, ਕਿਸੇ ਤਰ੍ਹਾਂ ਆਪਣੇ ਹੱਕ ਦੇ ਵਿੱਚ ਕਿਸੇ ਤਰ੍ਹਾਂ ਦਾ ਬਿਆਨ ਜਾਵੇ ਜਿਹੜਾ ਦੂਜੇ ਨੂੰ ਵਿਰੋਧੀ ਸਾਬਤ ਕਰਦਾ ਹੋਵੇ। ਬਸ ਲੋਕਾਂ ਨੂੰ, ਲੋਕ ਭੋਲੇ ਨਹੀਂ ਰਹੇ, ਲੋਕ ਸਮਝਦਾਰ ਨੇ ਹੁਣ। ਜੀ ਸ਼ੁਕਰੀਆ, ਧੰਨਵਾਦ। ਸੋ ਖਬਰਾਂ ਟੌਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਮੈਨੂੰ ਇਜਾਜ਼ਤ ਦਿਓ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।